ਨਾਲ ਮਿਲਦੀ ਦਿਲੋਂ ਸੱਚੀ ਤਰਫ ਹੈ। ਕਿਉਂਕਿ ਰੂਹਾਨੀ ਜ਼ਿੰਦਗੀ ਕੋਈ ਲਿਖਣ ਪੜ੍ਹਨ ਦਾ ਮਜਬੂਰ ਨਹੀਂ ਹੈ। ਇਹ ਜਾਤੀ ਤਜਰਬੇ ਵਿੱਚ ਆਉਣ ਵਾਲੀ ਚੀਜ਼ ਹੈ। ਰੱਬ ਦਾ ਜਾਤੀ ਅਨੁਭਵ ਮਜ਼੍ਹਬਾਂ, ਸ਼ਰੀਅਤਾਂ, ਧਰਮ ਗ੍ਰੰਥਾਂ ਔਰ ਜਪ ਤਪ ਤੋਂ ਉੱਚੀ ਚੀਜ਼ ਹੈ, ਜੋ ਇੱਕ ਜਾਤੀ ਤਜਰਬਾ ਹੈ। ਜਿਸ ਤਰ੍ਹਾਂ ਪਵਿੱਤਰ ਬਾਈਬਲ ਵਿੱਚ ਕਿਹਾ ਜਾ ਰਿਹਾ ਹੈ, What does it profit a man if he gains the whole world but suffers the loss of his own soul? ਮਤਲਬ ਇਨਸਾਨ ਦੁਨੀਆ ਦੇ ਸਭ ਪਦਾਰਥਾਂ ਤੇ ਕਬਜ਼ਾ ਵੀ ਪਾ ਲਵੇ, ਪਰ ਜੇ ਉਹ ਰੂਹ ਦੀ ਬਾਬਤ ਕੁਝ ਨਹੀਂ ਜਾਣਦਾ ਤਾਂ ਉਸ ਦਾ ਸਭ ਜੀਵਨ ਨਿਸਫਲ ਚਲਿਆ ਜਾਂਦਾ ਹੈ। ਦਾਸ ਦੱਸਣਾ ਚਾਹੁੰਦਾ ਹੈ ਕਿ ਸਾਰੇ ਧਰਮ ਗ੍ਰੰਥਾਂ ਦਾ ਵੇਰਵਾ ਅਲੱਗ-ਅਲੱਗ ਰਾਗਾਂ ਦੇ ਸ਼ਬਦਾਂ ਅਨੁਸਾਰ ਹੈ, ਪਰ ਇਹਨਾਂ ਧਰਮ ਖਜ਼ਾਨਿਆਂ ਵਿੱਚ ਇੱਕੋ ਇੱਕ ਮਜ਼ਮੂਨ ਕੰਮ ਕਰ ਰਿਹਾ ਹੈ, ਜੋ ਦੱਸ ਰਿਹਾ ਹੈ ਕਿ ਰੱਬ ਜਣੀ ਕੁੱਲ ਮਾਲਕ ਅਕਾਲ ਪੁਰਖ ਵਾਹਿਗੁਰੂ, ਕੁੱਲ ਮਾਲਕ ਸਾਈਂ ਕੀ ਹੈ, ਕਿੱਥੇ ਹੈ, ਕਿਵੇਂ ਪ੍ਰਾਪਤ ਹੁੰਦਾ ਹੈ ਔਰ ਇਸ ਇੱਕ ਦੀ ਇਬਾਦਤ ਦਾ ਕੀ ਫਲ ਹੈ। ਪਰ ਇਹ ਸਭ ਗੱਲਾਂ ਕਿਸੇ ਵੀ ਧਰਮ ਗ੍ਰੰਥ ਵਿੱਚ ਇਕੱਠੀਆਂ ਨਾ ਵਿਚਾਰਨ ਕਰਕੇ ਦਾਸ ਨੂੰ ਗੁਰਮਤ ਦੀ ਸੋਝੀ ਠੀਕ ਸਮਝ ਨਹੀਂ ਸੀ ਆਉਂਦੀ ਔਰ ਇਹ ਕੰਮ ਵੀ ਬਹੁਤ ਮੁਸ਼ਕਲ ਹੈ। ਪਰ ਇਸ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ ਸੀ। ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਦੇਖਿਆ ਬਗੈਰ ਉਸ ਦੀ ਗੱਲ ਕਰਨੀ ਅਧੂਰਾਪਨ ਹੈ। ਕਿਸੇ ਬੰਦੇ ਨੂੰ ਦੇਖਿਆ ਬਗੈਰ ਉਸ ਦੀ ਸਿਫਤ ਅਧੂਰੀ ਹੁੰਦੀ ਹੈ। ਔਰ ਸਭ ਤੋਂ ਵੱਡਾ ਕੁਦਰਤ ਦਾ ਨਿਯਮ ਹੈ ਕਿ ਹਰ ਚੀਜ਼ ਉੱਪਰੋਂ ਹੇਠਾਂ ਨੂੰ ਆਉਂਦੀ ਹੈ। ਭਾਵ ਇੱਕ ਜਿਸਮ ਤੋਂ ਪੁੱਟਿਆ ਹੋਇਆ ਵਾਲ ਭਾਰ ਰਹਿਤ ਇੱਕ ਵਾਲ ਹੀ ਕਿਉਂ ਨਾ ਹੋਏ, ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਦੇਖਿਆ ਬਗੈਰ ਉਸ ਦੀ ਗੱਲ ਕਰਨੀ ਅਧੂਰਾਪਨ ਹੈ। ਇਹ ਦੁਬਾਰਾ ਦੱਸਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਦੇਖਿਆ ਬਗੈਰ ਉਸ ਦੀ ਗੱਲ ਕਰਨੀ ਅਧੂਰਾਪਨ ਹੈ, ਕਿਸੇ ਬੰਦੇ ਨੂੰ ਦੇਖਿਆ ਬਗੈਰ ਉਸ ਦੀ ਸਿਫਤ ਅਧੂਰੀ ਹੁੰਦੀ ਹੈ। ਔਰ ਸਭ ਤੋਂ ਵੱਡਾ ਕੁਦਰਤ ਦਾ ਨਿਯਮ ਹੈ ਕਿ ਹਰ ਚੀਜ਼ ਉੱਪਰੋਂ ਥੱਲੇ ਨੂੰ ਆਉਂਦੀ ਹੈ। ਭਾਵ ਇੱਕ ਜਿਸਮ ਤੋਂ ਪੁੱਟਿਆ ਹੋਇਆ ਭਾਰ ਰਹਿਤ ਇੱਕ ਵਾਲ ਹੀ ਕਿਉਂ ਨਾ ਹੋਵੇ, ਆਉਂਦੀ ਹੈ ਨਾ ਥੱਲੇ ਨੂੰ। ਸੋ ਸਭ ਤੋਂ ਪਹਿਲਾਂ ਇੱਕ ਗਿਆਨੀ ਪੁਰਸ਼ ਨੂੰ ਇਸ ਇੱਕ ਕੁੱਲ ਮਾਲਕ ਸਾਈਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਅੱਲਾਹ ਗਾਡ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ। ਕਿਉਂਕਿ ਇੱਕ ਗਿਆਨੀ ਪੁਰਸ਼ ਇੱਕ ਉੱਚੀ ਅਵਸਥਾ ਪ੍ਰਾਪਤ ਕਰ ਚੁੱਕਾ ਹੁੰਦਾ ਹੈ। ਉਸ ਨੂੰ ਇਹ ਕੁਦਰਤ ਦਾ ਨਿਯਮ ਅਪਣਾਉਣਾ ਚਾਹੀਦਾ ਹੈ ਕਿ ਉਹ ਵੀ ਉੱਪਰੋਂ ਥੱਲੇ ਜੁਗਿਆਸੂ ਜੀਵਾਂ ਨੂੰ ਇਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਵਾ ਕੇ ਸਭ ਦੀ ਦੀਕਸ਼ਾ ਦੇ ਕੇ ਰੱਬ ਦੀ ਇਬਾਦਤ ਕਰਨ ਲਗਾ ਦੇ। ਦਾਸ ਇਹਨਾਂ ਸ਼ਬਦਾਂ ਦੇ ਘੇਰੇ ਅੰਦਰ ਫਸਦਾ ਜਾ ਰਿਹਾ ਸੀ। ਹੁਣ ਦਾਸ ਆਪਣੇ ਕਾਬਲ ਗੁਰੂ ਦੀ ਰਹਿਮਤ ਨਾਲ ਇਹ ਘੇਰਾ ਤੋੜ ਕੇ ਬਾਹਰ ਨਿਕਲਿਆ ਹੈ ਔਰ ਇਹਨਾਂ ਸਵਾਲਾਂ ਦਾ ਜਵਾਬ ਆਪਣੀਆਂ ਰਚਨਾਵਾਂ, ਕਵਿਤਾਵਾਂ, ਸਲੋਗਨਾਂ, ਸੰਦਾਂ, ਸੁਰਾਂ ਵਿੱਚ ਬਿਆਨ ਕਰਨ ਵਿੱਚ ਸਫਲ ਹੋ ਰਿਹਾ ਹੈ ਔਰ ਸਾਧ ਸੰਗਤ ਦੇ ਪਿਆਰ, ਸਤਿਕਾਰ ਔਰ ਸਹਾਰੇ ਨੂੰ ਮਹਿਸੂਸ ਕਰ ਰਿਹਾ ਹੈ। ਕਰਤਾ ਕਰਤਾਰ ਕੁੱਲ ਮਾਲਕ ਸਾਈਂ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਈਸ਼ਵਰ ਅੱਲਾਹ ਗਾਡ ਦੀ ਰਹਿਮਤ ਔਰ ਕਿਰਪਾ ਸਦਕਾ ਦਾਸ ਨੂੰ ਇਸ ਸਿੱਖ ਦੀ ਇਬਾਦਤ ਨਾਲ ਸਭ ਧਰਮਾਂ ਦੇ ਧਰਮ ਗ੍ਰੰਥ, ਆਦਿ ਗ੍ਰੰਥ, ਦਸਮ ਗ੍ਰੰਥ, ਭਾਗਵਤ ਗੀਤਾ, ਰਾਮਾਇਣ, ਰਾਮਚਰਿਤਰ ਮਾਨਸ, ਕੁਰਾਨ, ਪਵਿੱਤਰ ਬਾਈਬਲ ਔਰ ਪੰਜ ਪੁਰਾਣ ਪੜ੍ਹਨ ਔਰ ਵਿਚਾਰਨ ਦਾ ਵੀ ਖੁੱਲਾ ਸੁਭਾਗੇ ਪ੍ਰਾਪਤ ਹੋਇਆ ਹੈ, ਜੋ ਕਿ ਦਾਸ ਤੇ ਪਰਮਾਤਮਾ ਨੇ ਰਹਿਮਤ ਦੇ ਫੁੱਲ ਬਰਸਾ ਦਿੱਤੇ ਹਨ, ਜਿਸ ਦੀ ਬਦੌਲਤ ਦਾਸ ਇਸ ਇੱਕ ਕੁੱਲ ਮਾਲਕ ਦੇ ਦਰਸ਼ਨ ਅਤੇ ਰਚਨਾਵਾਂ ਰਚਨ ਵਿੱਚ ਔਰ ਕੁੱਲ ਮਾਲਕ ਸਾਈਂ ਦੀ ਸਿਫਤ ਸਲਾਹ ਉਸਤਤ ਕਰਨ ਲਈ ਆਪ ਗੁਰੂ ਪਿਆਰੀ ਸਾਧ ਸੰਗਤ ਦੇ ਚਰਨਾਂ ਵਿੱਚ ਹਾਜ਼ਰ ਹੈ। ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ।
ਗੁਰਬਾਣੀ ਵਿੱਚ ਸਗਲ ਪਦਾਰਥ ਹਨ। ਜੋ ਕੋਈ ਖੋਜਦਾ ਹੈ ਉਸ ਨੂੰ ਸਭ ਕੁਝ ਇਸ ਗੁਰਬਾਣੀ ਰੂਪੀ ਸਮੁੰਦਰ ਵਿੱਚੋਂ ਮਿਲਦਾ ਹੈ ਔਰ ਪਰਮਾਰਥ ਦੀ ਪੂਰਤੀ ਦਾ ਸਮਾਨ ਵੀ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮੁੱਚੀ ਮਾਨਵਤਾ ਨੂੰ ਸਿੱਖਿਆ ਦਿੱਤੀ ਹੈ ਕਿ ਜਿਸ ਜੀਵ ਨੂੰ ਇਸ ਇੱਕ ਕੁੱਲ ਮਾਲਕ ਸਾਈਂ ਦਾ ਗਿਆਨ ਹੋ ਜਾਂਦਾ ਹੈ, ਉਸ ਦੇ ਸਭ ਵਹਿਮ ਭਰਮ ਦੂਈ ਦੁਐਸ ਸਭ ਖਤਮ ਹੋ ਜਾਂਦੇ ਹਨ। ਜਾਕੋ ਸੂਟ ਗਿਓ ਭਰਮ ਉਰਕਾ, ਤੈ ਆਗੇ ਹਿੰਦੂ ਕਿਆ ਤੁਰਕਾ। जिसका वहम भरम ही खत्म हो जाए, उस आगे कौन हिंदू है और कौन मुसलमान है। हरेक धर्म मत मिशन कल्ट संप्रदाय दे महापुरखा ने सब मानव जाति ਨੂੰ ਇਸ ਇੱਕ ਕੁੱਲ ਮਾਲਕ ਸਾਈਂ ਦੀ ਏਕਤਾ ਤੇ ਮਨੁੱਖਾਂ ਦੇ ਭਾਈ ਹੋਣ ਦਾ ਉਪਦੇਸ਼ ਦਿੱਤਾ ਹੈ ਔਰ ਦਿੰਦੇ ਰਹਿਣਗੇ। ਜਣੀ ਫਾਦਰਹੁੱਡ ਆਫ ਗॉड ਐਂਡ ਬ੍ਰਦਰਹੁੱਡ ਆਫ ਮੈਨ। ਦਾਸ ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੋਇਆ ਦੱਸਣਾ ਚਾਹੁੰਦਾ ਹੈ ਕਿ ਸੱਚਾਈਆਂ ਸਭ ਮਜ਼ਹਬਾਂ ਦੀਆਂ ਸਾਂਝੀਆਂ ਹਨ। ਸੱਚਾਈਆਂ ਸਭ ਮਜ਼ਹਬਾਂ ਦੀਆਂ ਸਾਂਝੀਆਂ ਹਨ ਅਤੇ ਇੱਕੋ ਉਪਦੇਸ਼ ਦਿੰਦੀਆਂ। ਦਾਸ ਵੱਲੋਂ ਇਹ ਜੋ ਸਾਈਂ ਸ਼ਬਦ ਸਾਰ ਬਚਨ ਪਰਮਾਤਮਾ ਦੇ ਮਿਲਾਪ ਔਰ ਬੰਦਗੀ ਕਰਨ ਲਈ ਗਾ ਕੇ ਸੁਣਾਏ ਜਾ ਰਹੇ ਹਨ। ਇਹ ਸਾਈਂ ਸ਼ਬਦ ਸਾਰ ਬਚਨ ਸਾਰੇ ਧਰਮਾਂ ਵਿਚਲੇ ਪ੍ਰਾਣੀਆਂ ਨੂੰ ਸਿੱਧੇ ਬਚਨ ਕਹਿ ਕੇ ਉਹਨਾਂ ਦੀ ਰੂਹ ਤੇ ਚਾਨਣਾ ਪਾਉਣ ਲਈ ਹਨ। ਪਹਿਲਾਂ ਹੋ ਚੁੱਕੇ ਸੰਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਨੂੰ ਜੀਵ ਕਿਸੇ ਗਿਆਨੀ ਪੁਰਸ਼ ਵਾਈਜ਼ ਮੈਨ ਦੇ ਸਮਝਾਏ ਬਗੈਰ ਨਹੀਂ ਸਮਝ ਸਕਦਾ। ਇਹਨਾਂ ਬਚਨਾਂ ਨਾਲ ਸੰਸਾਰੀ ਜੀਵਨ ਵਿੱਚ ਬਚਾ ਕੇ ਚੱਲਣ ਔਰ ਪਰਮਾਰਥ ਦੀ ਗਹਿਰਾਈ ਤੱਕ ਪਹੁੰਚਣ ਵਿੱਚ ਸਹਾਇਤਾ ਮਿਲਦੀ ਹੈ। ਇਹ ਸਾਈਂ ਸ਼ਬਦ ਸਾਰ ਬਚਨਾਂ ਰਾਹੀਂ ਸਭ ਧਰਮਾਂ ਤੋਂ ਉੱਪਰ ਉੱਠ ਕੇ ਜੀਵ ਲਈ ਉਸ ਦੇ ਅਖਲਾਕੀ ਔਰ ਰੂਹਾਨੀ ਜੀਵਨ ਨੂੰ ਜਾਣਨ ਔਰ ਪਰਮਾਰਥ ਜਿਹੜੀ ਰੂਹਾਨੀਅਤ ਦੇ ਰਾਹ ਤੇ ਚੱਲਣ ਲਈ ਦੱਸਿਆ ਗਿਆ ਹੈ। ਇਹਨਾਂ ਸਭ ਬਾਹਰੀ ਧਰਮਾਂ ਦੀਆਂ ਚਾਰ ਦੁਆਰੀਆਂ ਵਿੱਚੋਂ ਬਾਹਰ ਨਿਕਲ ਕੇ ਦੂਸਰੇ ਧਰਮਾਂ ਦੀ ਰੂਹਾਨੀਅਤ ਅਤੇ ਪਰਮਾਰਥ ਨੂੰ ਜਾਣ ਕੇ ਸਾਡੀ ਰੂਹ ਖਿੜ ਉੱਠਦੀ ਹੈ ਕਿ ਬਾਕੀ ਸਾਰੇ ਧਰਮਾਂ ਵਾਲੇ ਵੀ ਸਾਡੇ ਵਾਂਗ ਹੀ ਆਪਸ ਵਿੱਚ ਭਰਾਤਰੀ ਭਾਵ ਚਾਹੁੰਦੇ ਹਨ ਔਰ ਕੁੱਲ ਮਾਲਕ ਸਾਈਂ ਦੀ ਏਕਤਾ ਦਾ ਆਨੰਦ ਮਾਣਨਾ ਚਾਹੁੰਦੇ ਹਨ। मतलब सबका मालिक एक है, गॉड इज वन। ਇਹ ਸਾਇੰਸ ਸ਼ਬਦ ਸਾਰ ਬਚਨ ਸਾਡੇ ਅੰਦਰਲਾ ਇੰਟਰਨਲ ਰਿਲੀਜਨ ਜਾਨੀ ਅੰਤਰੀਵ ਧਰਮ ਜਗਾ ਦਿੰਦੇ ਹਨ। ਜਾਨੀ ਬਾਹਰੀ ਯੂਨੀਵਰਸਲ ਰਿਲੀਜਨ ਜਿਹੜੀ ਅਸਲੀ ਧਰਮ ਜਗਾ ਦਿੰਦੇ ਹਨ। ਸਾਡਾ ਇਹ ਅੰਦਰਲਾ ਔਰ ਅਸਲੀ ਧਰਮ ਜਾਣ ਨਾਲ ਪਤਾ ਚੱਲ ਜਾਂਦਾ ਹੈ ਕਿ ਸਾਡੇ ਗੁਰੂਆਂ ਪੀਰਾਂ ਵੱਲੋਂ ਦੱਸੇ ਗਏ ਮਾਰਗ मानस की जात सब एक पहचान वो पर चलना है। इस तरह ਇਹ ਅੰਤਰੀਵ ਧਰਮ ਜਾਗ ਜਾਣ ਨਾਲ ਇਨਸਾਨ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਸੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਸਾਇੰਸ ਸ਼ਬਦ ਸਾਰ ਬਚਨਾਂ ਨੂੰ ਗ੍ਰਹਿਣ ਕਰਨ ਵਾਲਾ ਹਰੇਕ ਪ੍ਰਾਣੀ अगर बच्चा है तो संस्कार हासिल करेगा, अगर बुढ़ा जवान है तो आत्मज्ञान हासिल करेगा। हर एक स्त्री प्रेम का कुल मालक साईं प्रभु परमेश्वर परमात्मा वाहिगुरु दे प्यार में रंगे जाएंगे और कुल मालक साईं दियां खुशियां हासिल करनगे। ये साईं शब्द सार बचन ਪਹਿਲਾਂ ਹੋ ਜਾਂ ਬੀਤ ਚੁੱਕੇ ਸੰਤਾਂ ਮਹਾਂਪੁਰਖਾਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਖਿਆਲਾਤਾਂ ਦੇ ਬਚਨਾਂ ਦੀ ਪੜਤਾਲ ਲਈ ਹਨ ਤਾਂ ਜੋ ਇਹ ਪ੍ਰਸਤਾਵ ਜਿਹੜੀ ਥੀਸਿਸ ਸੰਤਾਂ ਦੇ ਕੰਮ ਆ ਸਕਣ। ਇਹ ਕਿਸੇ ਖਾਸ ਕੌਮ ਜਾਂ ਮਜ਼ਹਬ ਦਾ ਵਿਰਸਾ ਜਿਹੜੀ ਮਲਕੀਅਤ ਨਹੀਂ ਹਨ, ਇਹ ਸਭ ਇਨਸਾਨਾਂ ਲਈ ਸਾਂਝੇ ਹਨ।
ਇਹ ਜੋ ਸਰਵ ਧਰਮਾਂ ਸਮਾਜ ਬਾਰੇ ਕਲੈਰਿਟੀ ਦੇਣਾ ਚਾਹੁੰਦਾ ਹੈ, ਇਹਦੇ ਲਈ ਇਹ ਜੋ ਜਿੰਨੇ ਦਾਸ ਨੇ ਸ਼ਬਦ ਕਹੇ ਹਨ, ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਔਰ ਸਤਿਕਾਰਨਾ। ਸੋ ਸਰਵ ਧਰਮਾਂ ਸਰਵ ਧਰਮਾਂ ਸਰਵ ਧਰਮਾਂ।